ਪੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰਾਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਗੁਰ ਅਮਰ ਵਿਚਾਰ ਕੈ ਕਲਹ ਬੁਰੀ ਬਹਮਾਨ। ਨਿਸ ਆਧੀ ਮਹਿ ਨਿਕਸ ਕਰ ਵਹਿ ਰਕੀਨ ਪ੍ਰਸਥਾਨ। ਸ਼੍ਰੀ ਗੁਰ ਅਮਰ ਵਿਚਾਰ ਕੈ ਕਲਹ ਬੁਰੀ ਬਹਮਾਨ। ਨਿਸ ਆਧੀ ਮਹਿ ਨਿਕਸ ਕਰ ਵਹਿ ਰਕੀਨ ਪ੍ਰਸਥਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਇਆ ਕੇ ਸਮੰਦਰ
ਦਸ ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ। ਮੇਰਾਮਤਾਂ ਦਾ ਸਾਗਰ, ਨਿਹਚਲ ਚੌਰ ਛਤਰ ਤਖਤ ਕੇ ਮਾਲਕ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਦੀ ਅਪਾਰ ਮਿਹਰਾਮਤ ਕਿਰਪਾ ਦੇ ਸਦਕਾ ਗੁਰੂ ਗਰੀਬ ਨਵਾਜ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਪਾਵਨ ਪਵਿੱਤਰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਕਥਾ ਸ਼੍ਰਵਣ ਕਰਨ ਦੇ ਪ੍ਰੇਮੀ ਜਨ ਨਿਤਾ ਪ੍ਰਤੀ ਸਮੇਂ ਚੋਂ ਸਮਾਂ ਕੱਢ ਕਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸ਼ੋਭਾ ਕੀਰਤੀ ਸ਼੍ਰਵਣ ਕਰਨ ਵਾਸਤੇ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੇ ਹੋ। ਜਥਾ ਖਾਲਸਾ ਜੀ ਪ੍ਰਸੰਗ ਆਪਾਂ ਪਿਛੇ ਦੀ ਬਾਣ ਵਿੱਚ ਵਿਚਾਰਿਆ ਸੁਣਿਆ ਹੈ। ਰਾਸ ਪਹਿਲੀ ਦਾ 34 ਅੰਸੂ ਅੰਦਰ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਜੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਵਡਿਆਈ ਕੀਰਤੀ ਲਿਖੀ ਗਾਈ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੀ ਮਹਿਮਾ ਕੇਵਲ ਸੰਸਾਰ ਅੰਦਰ ਹੀ ਨਹੀਂ, ਖੰਡਾਂ ਬ੍ਰਹਿਮੰਡਾਂ ਦੀਪਾਂ ਪਾਤਾਲਾਂ ਅੰਦਰ ਹੈ। ਬੇਅੰਤ ਸੰਗਤਾਂ ਗੁਰੂ ਗਰੀਬ ਨਵਾਜ ਦੇ ਦਰਸ਼ਨ ਦੀਦਾਰੇ ਕਰਦੀਆਂ ਬੜੀ ਕਾਰ ਭੇਟਾ ਸਤਿਗੁਰਾਂ ਦੇ ਚਰਨਾਂ ਵਿੱਚ ਰੱਖੀ ਜਾਂਦੀ। ਵੱਡੇ ਵੱਡੇ ਰਾਜੇ ਮਹਾਰਾਜੇ ਕਤਾਰਾਂ ਵਿੱਚ ਖੜ ਖੜ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਦੇ ਹੈ। ਬੇਅੰਤ ਜੀਵਾਂ ਦੀ ਆਸਾ ਮਹਾਰਾਜ ਦੇ ਕੇਵਲ ਤੇ ਕੇਵਲ ਇੱਕ ਦਰਸ਼ਨਾਂ ਦੇ ਨਾਲ ਹੀ ਪੂਰੀ ਹੋ ਰਹੀ ਹੈ। ਇੰਨੀ ਕੀਰਤੀ ਵਡਿਆਈ ਮਹਾਰਾਜ ਦੀ ਸੁਣ ਸੁਣ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਈਰਖਾ ਕਰਦੇ ਹੈ। ਮਨ ਵਿੱਚ ਈਰਖਾ ਤਾਂ ਪਹਿਲਾਂ ਹੀ ਹੈ ਵੀ ਸਾਡੇ ਘਰ ਦੀ ਵਸਤੂ ਹੈ ਗੁਰਤਾ ਸਿੰਘਾਸਨ ਗੁਰੂ ਅਮਰਦਾਸ ਅੰਗਦ ਦੇਵ ਜੀ ਮਹਾਰਾਜ ਦਾ, ਸਾਡੇ ਗੁਰ ਪਿਤਾ ਜੀ ਦਾ। ਪਰ ਇਹਦੇ ਉੱਪਰ ਅਸੀਂ ਸੁਭਾਏਮਾਨ ਹੋਣੇ ਚਾਹੀਏ ਥੇ, ਪਰ ਉਹ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਬੈਠੇ ਹੋਏ ਆ। ਕਿੰਨੀ ਸਮਗਰੀ ਮਾਇਆ ਤਾਇਆ ਕਾਰ ਭੇਟਾ ਜਿਹੜੀ ਇਹਨਾਂ ਦੇ ਅੱਗੇ ਸਿੱਖ ਸੰਗਤਾਂ ਮੱਥਾ ਟੇਕ ਰਹੀਆਂ, ਇਹ ਸਾਡੇ ਅੱਗੇ ਹੋਣੀ ਚਾਹੀਦੀ, ਕਿਉਂਕਿ ਪਿਤਾ ਦੀ ਜਾਇਦਾਦ ਦਾ, ਪਿਤਾ ਦੀ ਵਸਤੂ ਦਾ ਹੱਕ ਪੁੱਤਰਾਂ ਨੂੰ ਹੁੰਦਾ ਹੈ। ਫਿਰ ਭਾਈ ਦਾਤੂ ਜੀ ਵਿਚਾਰ ਕਰਦੇ ਹੈ ਕਿ ਰਾਜੇ ਮਹਾਰਾਜੇ ਕਤਾਰਾਂ ਵਿੱਚ ਲੱਗ ਲੱਗ ਕੇ ਗੁਰੂ ਅਮਰਦਾਸ ਦੇ ਦਰਸ਼ਨ ਕਰਦੇ ਹਨ, ਚਾਹੀਦਾ ਸਾਡੇ ਸੀ ਵੀ ਸਾਡੇ ਦਰਸ਼ਨ ਕਰਦੇ। ਬਾਕੀ ਖਾਲਸਾ ਜੀ ਜਿਹੜੇ ਦਾਤੂ ਦੇ ਦੋਸਤ ਮਿੱਤਰ ਖੱਤਰੀ ਜਾਤ ਦੇ ਕੋਈ ਨੌਜਵਾਨ ਹਨ, ਉਹ ਵੀ ਭਾਈ ਦਾਤੂ ਜੀ ਨੂੰ ਇਹ ਬੋਲ ਮਾਰਦੇ ਹੈ, ਆਂਦੇ ਹੈ ਕਿ ਇਹ ਦਾਤੂ ਜੀ ਤੁਸੀਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਹੋਣ ਦੇ ਬਾਵਜੂਦ ਵੀ ਤੁਸੀਂ ਖਾਲੀ ਰਹਿ ਗਏ। ਤੁਹਾਨੂੰ ਨਾ ਕੋਈ ਸਿੱਖ ਝੁਕਦਾ, ਨਾ ਹੋਰ ਕੋਈ ਦੂਜਾ ਤੀਜਾ ਤੁਹਾਡੇ ਅੱਗੇ ਮੱਥਾ ਟੇਕਦਾ ਹੈ, ਜਿਉਂਦੇ ਹੀ ਮਰਿਆਂ ਵਰਗੇ ਹੋ।
ਇਹੋ ਜਿਹੀਆਂ ਜਿਹੜੀਆਂ ਮਿਹਣੇ ਭਰੀਆਂ ਗੱਲਾਂ ਸੁਣ ਕੇ ਬਾਬਾ ਦਾਤੂ ਜੀ ਦੇ ਸੀਨੇ ਨੂੰ ਅੱਗ ਲੱਗਦੀ ਹੈ ਤੇ ਕਹਿੰਦੇ ਆ ਕਿ ਉਹ ਤੁਹਾਡੇ ਪਿਤਾ ਦੀ ਸੇਵਾ ਕਰਕੇ ਆ ਬਾਸਰਕੇ ਤੋਂ ਖੱਤਰੀ ਉੱਠ ਤੇ ਸਿੰਘਾਸਣ ਲੈ ਗਿਆ, ਤੁਹਾਥੋਂ ਕੁਝ ਸਰਿਆ ਨਾ। ਭਾਈ ਦਾਤੂ ਜੀ ਨੇ ਤਿਆਰੀ ਖਿੱਚੀ ਤੇ ਗੋਇੰਦਵਾਲ ਜਾ ਪਹੁੰਚੇ। ਮਨ 'ਚ ਇਹ ਵਿਚਾਰ ਕੀਤਾ ਵੀ ਮੈਂ ਜਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੂੰ ਜਾਨੋਂ ਮਾਰ ਦੇਵਾਂ। ਬੜੀਆਂ ਸੰਗਤਾਂ ਦਰਸ਼ਨ ਕਰਦੀਆਂ, ਕੋਈ ਤਾਂ ਮੱਥਾ ਟੇਕ ਰਿਹਾ, ਕੋਈ ਚੋਲੀ ਅੱਡੀ ਖੜਾ ਹੈ, ਕੋਈ ਬੇਨਤੀਆਂ ਕਰਦਾ ਹੈ, ਔਰ ਕੋਈ ਮੱਥਾ ਟੇਕ ਟੇਕ ਕੇ ਪਿੱਛੇ ਮੁੜੀ ਜਾਂਦਾ ਹੈ। ਜਿੱਥੇ ਹੁਣ ਬੌਲੀ ਸਾਹਿਬ ਦਾ ਪਾਵਨ ਪਵਿੱਤਰ ਅਸਥਾਨ ਹੈ, ਇਹਦੇ ਲਾਗੇ ਜਿਹੜਾ ਦਰਬਾਰ ਪਾਵਨ ਸਜਿਆ ਹੈ, ਇੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੁੰਦਰ ਆਸਣ ਸਿੰਘਾਸਣ ਸਜਾ ਸੰਗਤਾਂ ਨੂੰ ਤਾਰਿਆ ਕਰਦੇ। ਇਹ ਦਾਤੂ ਤੋਂ ਹੋਰ ਤਾਂ ਕੁਝ ਸਰਿਆ ਨਾ। ਇਹ ਪਿੱਛੋਂ ਦੀ ਹੋ ਕੇ ਤੇ ਮਹਾਰਾਜ ਦੇ ਕੰਡ ਵਾਲੇ ਪਾਸੋਂ ਇਹਨੇ ਗੁਰੂ ਗਰੀਬ ਨਵਾਜ ਨੂੰ ਲੱਤ ਮਾਰੀ। ਬਿਰਧ ਸਰੀਰ ਸੀ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਣ ਤੋਂ ਥੱਲੇ ਡਿੱਗ ਪਏ। ਉੱਠ ਕੇ ਕ੍ਰੋਧ ਨਾ ਕੀਤਾ ਤੇ ਭਾਈ ਦਾਤੂ ਜੀ ਦੇ ਚਰਨ ਪਕੜ ਲਏ, ਪਲੋਸਣ ਲੱਗੇ। ਆਖਿਆ ਆਪ ਗੁਰੂ ਕੇ ਸਾਹਿਬਜ਼ਾਦੇ ਹੋ, ਆਪ ਜੀ ਦੇ ਚਰਨ ਅਤਿਅੰਤ ਕੋਮਲ ਕੂਲੇ ਆ ਤੇ ਅਸੀਂ ਬੁੱਢੇ ਬਿਰਧ ਸੇਵਾ ਕਰਕੇ ਸਾਡਾ ਸਰੀਰ ਥੋੜਾ ਸਖਤ ਹੋ ਗਿਆ। ਤੁਹਾਡੇ ਚਰਨ ਨੂੰ ਲੱਤ ਨੂੰ ਕੋਈ ਤਕਲੀਫ ਤਾਂ ਨਹੀਂ ਹੋਈ? ਹਾਂ, ਤੁਸੀਂ ਚੰਗਾ ਕੀਤਾ ਸਾਡੇ ਲੱਤ ਮਾਰੀ ਹੈ। ਅਸੀਂ ਮਾਣ ਵਿੱਚ ਬੈਠੇ ਰਹੇ, ਤੁਹਾਡੇ ਸਤਿਕਾਰ ਵਜੋਂ ਖੜੇ ਨਾ ਹੋਏ। ਇਹ ਗੁਰੂ ਅਮਰਦਾਸ ਜੀਆਂ ਨੇ ਬਚਨ ਕਹੇ। ਸੰਗਤਾਂ ਵੇਖ ਵੇਖ ਹੈਰਾਨ ਹੁੰਦੀਆਂ ਸੁਣ ਸੁਣ ਕੇ। ਹਰ ਗੁਰੂ ਅਮਰਦਾਸ ਜੀ ਕਹਿੰਦੇ, ਹੇ ਸਤਿਗੁਰਾਂ ਦੇ ਸਾਹਿਬਜ਼ਾਦੇ, ਹੋਰ ਕੋਈ ਸੇਵਾ ਦੱਸੋ। ਆਪ ਗੁੱਸਾ ਨਾ ਕਰੋ, ਸੇਵਾ ਦੱਸੋ ਸਾਡੇ ਲਾਇਕ ਕੀ ਬਣ ਆਉਂਦੀ ਹੈ। ਭਾਈ ਦਾਤੂ ਜੀ ਕ੍ਰੋਧ ਈਰਖਾ ਦੇ ਸੜੇ ਹੋਏ ਬੋਲੇ, ਕਹਿੰਦੇ ਗੋਇੰਦਵਾਲ ਛੱਡ ਜਾਓ, ਇਹੀ ਸੇਵਾ, ਇੱਥੇ ਪਖੰਡ ਕਰਦੇ ਹੋ। ਸਾਡੇ ਪਿਤਾ ਜੀ ਤਾਂ ਸੁਭਾਅ ਦੇ ਸਿੱਧੇ ਸੀਗੇ, ਗੁਰੂ ਅੰਗਦ ਪਾਤਸ਼ਾਹ ਜੀ। ਤੁਸੀਂ ਉਹਨਾਂ ਦੀ ਸੇਵਾ ਕੀਤੀ ਹੋਈ ਇਸ ਕਰਕੇ ਵੀ ਉਹਨਾਂ ਤੋਂ ਇਹ ਗੁਰਤਾ ਲੈ ਲਓ। ਬਾਕੀ ਇਹ ਅਮਰਦਾਸ ਜੀ, ਪੱਗਾਂ ਦਸਤਾਰਬੰਦੀ ਤਾਂ ਸਾਨੂੰ ਹੋਈ ਹੈ ਗੁਰਤਾ ਦੀ। ਸੰਗਤਾਂ ਜਦੋਂ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 10ਵੇਂ ਦੁਸਹਿਰੇ ਤੇ ਪੱਗਾਂ ਦਸਤਾਰਬੰਦੀ ਸਾਧੂ ਮਹਾਂਪੁਰਸ਼ ਜਾਂ ਹੋਰ ਸੰਗਤਾਂ ਲੈ ਲੈ ਆਈਆਂ ਸਨ ਗੁਰੂ ਅਮਰਦਾਸ ਜੀ ਮਹਾਰਾਜ ਵਾਸਤੇ, ਇਹ ਦਾਤੂ ਨੇ ਖੋ ਖੋ ਕੇ ਤੇ ਸਾਰੀਆਂ ਆਪਦੇ ਸਿਰ ਤੇ ਬੰਨ ਲਈਆਂ। ਤੋ ਉਹ ਬਚਨ ਭਾਈ ਦਾਤੂ ਜੀ ਕਹਿੰਦੇ ਆ ਗੁਰੂ ਅਮਰਦਾਸ ਜੀ ਨੂੰ ਕਿ ਦਸਤਾਰਬੰਦੀ ਤਾਂ ਸਾਨੂੰ ਹੋਈ ਹੈ, ਤੁਸੀਂ ਐਵੇਂ ਇੱਥੇ ਗੋਇੰਦਵਾਲ ਸਜਾ ਕੇ ਤਖਤ ਬਹਿ ਜਾਂਦੇ ਹੋ, ਪਖੰਡ ਕਰਦੇ ਹੋ। ਬਾਕੀ ਇਹ ਗੋਇੰਦਵਾਲ ਦਾ ਸਥਾਨ ਵੀ ਤਾਂ ਸਾਡੇ ਪਿਤਾ ਜੀ ਦਾ ਹੀ ਬਣਾਇਆ, ਤੇ ਪਿਤਾ ਦੀ ਹਰੇਕ ਵਸਤੂ ਤੇ ਹੱਕ ਪੁੱਤਰਾਂ ਦਾ ਹੁੰਦਾ, ਦੂਜੇ ਤੀਜੇ ਦਾ ਨਹੀਂ। ਤੁਹਾਨੂੰ ਗੁਰੂ ਅਮਰਦਾਸ ਜੀ ਚੁੱਪ ਰਹੇ। ਇਸੇ ਤਰ੍ਹਾਂ ਬਹੁਤ ਮਹਾਰਾਜ ਜੀਆਂ ਨੂੰ ਅਪਸ਼ਬਦ ਬੋਲੇ, ਸਿੱਖ ਵੀ ਕੁਝ ਨਾ ਬੋਲੇ, ਸ਼ਾਂਤ ਖੜੇ ਰਹੇ। ਕਿਉਂ? ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਸ਼ਾਂਤ ਸਨ। ਤੋ ਇਹ ਭਾਈ ਦਾਤੂ ਜੀਆਂ ਨੇ ਫਿਰ ਉੱਥੇ ਸਿੰਘਾਸਣ ਲਾ ਕੇ ਵੀ ਬੈਠੇ, ਪਰ ਮੱਥਾ ਕਿਸੇ ਨਾ ਟੇਕਿਆ। ਰਾਤ ਹੋਈ ਤਾਂ ਸਭ ਆਪੋ ਆਪਣੇ ਟਿਕਾਣਿਆਂ ਤੇ ਸੰਗਤਾਂ ਵੀ ਟਿਕ ਗਈਆਂ ਸਰਾਵਾਂ ਵਿੱਚ, ਜਿੱਥੇ ਜਿੱਥੇ ਕਿਸੇ ਦਾ ਆਸਣ ਆਰਾਮਗਾਹ ਸੀ। ਗੁਰੂ ਅਮਰਦਾਸ ਜੀ ਮਹਾਰਾਜ ਚੁਬਾਰਾ ਸਾਹਿਬ ਦੇ ਪਾਵਨ ਸਥਾਨ ਤੇ ਆ ਕਰਕੇ ਸੁੱਤੇ ਵਿਰਾਜ ਗਏ ਹੈ। ਦਾਤੂ ਉਸੇ ਹੀ ਸਿੰਘਾਸਣ ਦੇ ਚਾਅ ਵਿੱਚ ਉਸੇ ਸਥਾਨ ਤੇ ਖੜੇ ਰਹੇ ਜਾਂ ਬੈਠੇ ਰਹੇ। ਅੱਗੇ ਬਾਕੀ ਪ੍ਰਸੰਗ ਜਿਵੇਂ ਆਉਂਦਾ ਹੈ। ਰਾਸ ਪਹਿਲੀ ਪੰਕਤੀ ਅੰਸੂ ਅੱਜ ਆਰੰਭ ਹੁੰਦਾ ਹੈ। ਮਨ ਚਿੱਤ ਬਿਰਤੀਆਂ ਕਰਕੇ ਇਕਾਗਰ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਸ੍ਰੀ ਗੁਰ ਅਮਰ ਵਿਚਾਰ ਕੈ ਕਲਹ ਇਸੇ ਬੁਰੀ ਪ੍ਰਕਾਰ ਕਵੀ ਜੀ ਅਗਲਾ ਪ੍ਰਸੰਗ ਤੋਰਦੇ ਹੋਏ ਦੱਸ ਰਹੇ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਜਦੋਂ ਦਾਤੂ ਨੇ ਇੰਨਾ ਕਲੇਸ਼ ਝਗੜਾ ਕੀਤਾ ਇੱਥੇ ਗੋਇੰਦਵਾਲ ਸਾਹਿਬ ਆ ਕਰਕੇ, ਤਾਂ ਗੁਰੂ ਗਰੀਬ ਨਿਵਾਜ ਜੀ ਇਹ ਵਿਚਾਰ ਕਰਦੇ ਆ ਵੀ ਸਾਰਾ ਜਿਹੜਾ ਝਗੜਾ ਇਹ ਮਾਇਆ ਦਾ ਹੀ ਹੈ ਨਾ, ਜਾਂ ਗੋਇੰਦਵਾਲ ਸਾਹਿਬ ਦੀ ਧਰਤੀ ਦਾ ਹੈ, ਮੱਥਾ ਟਿਕਾਉਣ ਦਾ ਹੈ, ਮਾਇਆ ਦਾ ਹੈ, ਦੌਲਤ ਸ਼ੌਹਰਤ ਦਾ ਹੈ। ਤੋ ਗੁਰੂ ਗਰੀਬ ਨਿਵਾਜ ਜੀ ਨਿਰਲੇਪ ਹਨ ਇਹਨਾਂ ਸਾਰੀਆਂ ਵਸਤਾਂ ਤੋਂ। ਸਤਿਗੁਰਾਂ ਮਨ ਵਿੱਚ ਵਿਚਾਰ ਕੀਤਾ ਹੈ। ਕਲਹ ਬੁਰੀ ਬਹਮਾਨ ਗੁਰੂ ਗਰੀਬ ਨਿਵਾਜ ਮੰਨਦੇ ਆ ਮਨ ਵਿੱਚ ਵੀ ਜਿਹੜਾ ਝਗੜਾ ਹੈ ਨਾ, ਕਲੇਸ਼ ਚੰਗਾ ਨਹੀਂ ਹੁੰਦਾ, ਬਹੁਤ ਮਾੜਾ ਹੁੰਦਾ ਹੈ। ਨਿਸ ਆਧੀ ਮਹਿ ਨਿਕਸ ਕਰ ਇਹ ਵਿਚਾਰ ਜੀ ਕਰਕੇ ਗੁਰੂ ਗਰੀਬ ਨਿਵਾਜ ਜਦੋਂ ਅੱਧੀ ਕੁ ਰਾਤ ਹੋਈ ਤੇ ਇਹ ਗੋਇੰਦਵਾਲ ਛੱਡਣ ਦੀ ਤਿਆਰੀ ਕੀਤੀ ਹੈ। ਵਹਿ ਰਕੀਨ ਪ੍ਰਸਥਾਨ ਤੇ ਗੋਇੰਦਵਾਲ ਨਗਰ ਛੱਡ ਕੇ ਬਾਹਰ ਨੂੰ ਚਲੇ ਗਏ ਆ, ਬਾਹਰ ਦਾ ਰਸਤਾ ਪਕੜ ਲਿਆ ਹੈ। ਚੌਪਈ ਚੱਲੇ ਇਕਾਕੀ ਕਛੂ ਨ ਲੀਨਾ ਤੇ ਨਾਲ ਸਾਧ ਸੰਗ ਜੀ ਕੁਝ ਵੀ ਨਹੀਂ ਲਿਆ, ਹੱਥ ਖਾਲੀ ਹੈ। ਮਹਾਰਾਜ ਜੀ ਬਿਲਕੁਲ ਖਾਲੀ, ਗੋਇੰਦਵਾਲ ਸਾਹਿਬ ਤੋਂ ਸਭ ਕੁਝ ਭਰਿਆ ਭਰਾਇਆ ਛੱਡ ਕੇ ਤੇ ਤੁਰ ਪਏ ਹਨ। ਬਿਨ ਪਦ ਤ੍ਰਾਨ ਪਿਆਨੋ ਕੀਨਾ ਤੇ ਇਹ ਪੈਰਾਂ ਵਿੱਚ ਕਹਿੰਦੇ ਜੁੱਤੀ ਵੀ ਨਹੀਂ ਪਾਈ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਜਦੋਂ ਗੋਇੰਦਵਾਲ ਛੱਡਿਆ ਵੀ ਦਾਤੂ ਜੀ ਇਹ ਨਾਖਣੇ ਵੀ ਕੁਝ ਲੈ ਕੇ ਗਏ ਆ, ਕਹਿੰਦੇ ਪੈਰਾਂ ਵਿੱਚ ਸਤਿਗੁਰਾਂ ਨੇ ਜੋੜਾ ਵੀ ਨਾ ਪਹਿਨਣਾ ਕੀਤਾ। ਬਾਸਰ ਕੀ ਨਗਰੀ ਤੇ ਉਰੇ ਚੱਲਦੇ ਚੱਲਦੇ ਬਾਸਰ ਕੇ ਨਗਰੀ ਤੇ ਉਰੇ ਕਵੀ ਜੀ ਤਾਂ ਕਹਿੰਦੇ ਆ, ਉਹ ਅੰਮ੍ਰਿਤਸਰ ਵਾਲੇ ਪਾਸਿਓਂ ਉਰਾ ਆਉਂਦਾ ਹੈ, ਪਿੰਡ ਦੇ ਉਧਰਲਾ ਪਾਸਾ ਪੈਂਦਾ ਛਿਹਾਲਟਾ ਸਾਹਿਬ ਵਾਲੇ ਪਾਸੇ। ਬਾਸਰ ਕੇ ਨਗਰ ਸਾਧ ਸੰਗ ਜੀ ਜਦੋਂ ਆਪ ਜੀ ਬੀੜ ਬਾਬਾ ਬੁੱਢਾ ਸਾਹਿਬ ਦੇ ਨਾਲੋਂ ਜਿਹੜਾ ਉਹ ਮਾਰਗ ਜਾਂਦਾ ਰਸਤਾ, ਅੱਗੇ ਉਹ ਕੋਈ 2-4 ਕੋਹ ਤੇ ਬਾਸਰ ਕੇ ਨਗਰ ਆਉਂਦਾ ਹੈ। ਫਿਰ ਅੱਗੇ ਛਿਹਾਲਟਾ ਸਾਹਿਬ ਜਾਂ ਗੁਰੂ ਕੀ ਵਡਾਲੀ ਇਹ ਸਥਾਨ ਆਉਂਦੇ, ਅੱਗੇ ਰੋਡ ਅੰਮ੍ਰਿਤਸਰ ਸਾਹਿਬ ਵਾਲੇ ਰੋਡ ਤੇ ਜਾ ਚੜ੍ਹਦਾ ਹੈ। ਤੋ ਇਸ ਪਾਵਨ ਸਥਾਨ ਜਿੱਥੇ ਮਹਾਰਾਜ ਦਾ ਜਨਮ ਹੋਇਆ, ਜਨਮ ਨਗਰ ਬਾਸਰ ਕੇ, ਇਸ ਨਗਰ ਨੂੰ ਹੋ ਤੁਰੇ ਹਨ। ਸੁੰਦਰ ਅਵਣੀ ਤਹਾਂ ਨਿਹਰੇ ਤੇ ਉਥੇ ਸੋਹਣੀ ਧਰਤੀ ਮਹਾਰਾਜੀਆਂ ਵੇਖਣੀ ਕੀਤੀ ਹੈ। ਧੇਨ ਪਾਲਕੋ ਕੋਸ਼ਟ ਹੇਰਾ ਕਹਿੰਦੇ ਉਥੇ ਕੋਈ ਆ ਗਵਾਲੇ ਹੁੰਦੇ, ਗਊਆਂ ਚਾਰਨ ਵਾਲੇ ਆ ਗੁੱਜਰ ਜੇ, ਇਹਨਾਂ ਦਾ ਕੋਈ ਕੋਠਾ ਵੇਖਿਆ। ਉਹ ਹੈ ਸਾਧ ਸੰਗ ਜੀ ਉਹ ਮਹਾਰਾਜ ਗੁਰੂ ਅਮਰਦਾਸ ਜੀ ਦਾ ਆਪਦੀ ਜ਼ਮੀਨ ਸੀ। ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਖੇਤੀਬਾੜੀ ਕਰਿਆ ਕਰਦੇ ਸੀ, ਉਹਨਾਂ ਸਮਿਆਂ ਵਿੱਚ ਗੁਰੂ ਅਮਰਦਾਸ ਜੀਆਂ ਨੇ ਉਹ ਹੁਣ ਵੀ ਸੰਨ ਸਾਹਿਬ ਦਾ ਸਥਾਨ ਬਾਰ-ਬਾਰ ਆ ਨਗਰ ਤੋਂ। ਹੁਣ ਤਾਂ ਕੁਝ ਕੁ ਵਸੋਂ ਉੱਧਰ ਹੋਈ ਹੈ, ਪਹਿਲਾਂ ਉੱਕਾ ਹੀ ਵਸੋਂ ਨਹੀਂ ਸੀ ਉਹਨਾਂ ਸਮਿਆਂ ਵਿੱਚ ਦੱਸਦੇ ਆ। ਔਰ ਇਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਆਪਦੀ ਜ਼ਮੀਨ ਸੀ ਜੱਦੀ। ਸੱਚੇ ਪਾਤਸ਼ਾਹ ਜੀ ਜਦੋਂ ਖੇਤੀ ਕਰਦੇ ਸਨ, ਪਹਿਲਾਂ ਗੁਰੂ ਅੰਗਦ ਪਾਤਸ਼ਾਹ ਦੇ ਮਿਲਾਪ ਤੋਂ, ਤੇ ਖੇਤੀਬਾੜੀ ਕੰਮ ਕਰਦਿਆਂ ਮਰਨੇਸੀ ਅਸਥਾਨ ਤੇ ਬੈਠ ਜਾਣਾ, ਸਮਾਧੀ ਵਿੱਚ ਲੀਨ ਰਹਿਣਾ ਜਾਂ ਪਰਮੇਸ਼ਰ ਨੂੰ ਧਿਆਉਣਾ ਕਰਨਾ। ਹੈ ਗੁਰੂ ਅਮਰਦਾਸ ਜੀ ਮਹਾਰਾਜ ਦੀ ਜ਼ਮੀਨ ਵਿੱਚ ਹੀ ਇਹ ਕੋਠਾ ਸੀ, ਕੱਚਾ ਮੱਟ। ਪਰ ਉਹ ਜਦੋਂ ਕਈ ਵਾਰ ਗਵਾਲੇ ਗਾਈਆਂ ਚਾਰਨ ਵਾਲੇ ਜਿਵੇਂ ਸਾਉਣ ਭਾਦੋਂ ਚ ਆਉਂਦੇ ਆ, ਤੇ ਉਹ ਉੱਥੇ ਹੀ ਰਹਿ ਪੈਂਦੇ ਆ। ਕਮਰਾ ਵਿਹਲਾ ਵੇਖ ਕੇ ਉਹ ਗਵਾਲਿਆਂ ਗਊ ਚਾਰਨ ਵਾਲੇ ਗੁੱਜਰਾਂ ਨੇ ਵਾਸਾ ਕਰ ਲਿਆ ਸੀ। ਇਸ ਕਰਕੇ ਕਵੀ ਜੀ ਨੂੰ ਗਵਾਲਿਆਂ ਦਾ ਕੋਠਾ ਦੱਸ ਰਹੇ ਆ। ਤੋ ਮਹਾਰਾਜ ਦਾ ਜਿਹੜਾ ਆਪਣੀ ਜ਼ਮੀਨ ਵਿੱਚ ਕੋਠਾ ਪਾਇਆ ਮੱਟ, ਉਹ ਇਉਂ ਸਮਝਣਾ ਹੈ। ਦੇਸ ਦਰ ਪਰ ਲਿਖ ਕੀਨ ਬਸੇਰਾ ਮਹਾਰਾਜ ਜੀ ਉਹਦੇ ਵਿੱਚ ਜਾ ਵੜੇ ਤੇ ਉਹਦੇ ਦਰਵਾਜ਼ੇ ਤੇ ਇਹ ਲਿਖ ਦਿੱਤਾ ਹੈ, ਇਸ ਦਰ ਜੋ ਨਰ ਕਰਹਿ ਉਪਾਰੇ ਜਿਹੜਾ ਵੀ ਇਹਦਾ ਦਰਵਾਜ਼ਾ ਖੋਲੇਗਾ, ਕੋਈ ਵੀ ਸਿੱਖ ਹੋਵੇ ਜਾਂ ਮਨੁੱਖ ਕੋਈ, ਇਹਦਾ ਦਰਵਾਜ਼ਾ ਜਦ ਖੋਲੇਗਾ ਤਿਸ ਕੇ ਗੁਰ ਨਹਿ ਸਿੱਖ ਹਮਾਰੇ, ਉਹ ਜਾਣ ਲਵੇ ਵੀ ਅਸੀਂ ਉਹਦੇ ਗੁਰੂ ਨਹੀਂ ਤੇ ਉਹ ਜਿਹੜੇ ਵੈ ਸਾਡਾ ਸਿੱਖ ਨਹੀਂ। ਜਿਹੜਾ ਇਸ ਕਮਰੇ ਦਾ ਦਰਵਾਜ਼ਾ ਖੋਲੇਗਾ, ਇਹ ਲਿਖ ਕੇ ਮਹਾਰਾਜ ਦੀਆਂ ਗੁਰਮੁਖੀ ਵਿੱਚ ਉਹ ਬਾਹਰ ਲਿਖ ਲਾ ਦਿੱਤਾ ਹੈ। ਲੋਕ ਪਰਲੋਕ ਦਾ ਨਹੀਂ ਖੋਵੈ ਔਰ ਲੋਕ ਤੇ ਪਰਲੋਕ ਦੋਵੇਂ ਗਵਾ ਬਏਗਾ ਜਿਹੜਾ ਇਸ ਕਮਰੇ ਦਾ ਦਰਵਾਜ਼ਾ ਖੋਲੇਗਾ। ਨਹੀਂ ਸਹਾਇਕ ਹਮ ਤਬ ਹੋਵੈ ਤੇ ਲੋਕ ਪਰਲੋਕ ਵਿੱਚ ਅਸੀਂ ਉਹਦੀ ਸਹਾਇਤਾ ਨਹੀਂ ਕਰਾਂਗੇ ਸਿੱਖ ਦੀ, ਜਿਹਨੇ ਦਰਵਾਜ਼ੇ ਨੂੰ ਹੱਥ ਲਾਇਆ ਜਾਂ ਜਿਹੜਾ ਵੀ ਦਰਵਾਜ਼ਾ ਭੰਨੇ ਜਾਂ ਖੋਲੇਗਾ। ਚਿਣ ਦਰ ਕੋ ਲਿਖ ਕੈ ਸੋ ਪ੍ਰਵੇਸ਼ੇ, ਕਹਿੰਦੇ ਹੋ ਚਿਣ ਕੇ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਪੋਚ ਕੇ ਤੇ ਸੱਚੇ ਪਾਤਸ਼ਾਹ ਜੀ ਵਿੱਚ ਬਿਰਾਜਮਾਨ ਹੋ ਗਏ।
ਗਏ ਆ। ਪਦਮਾਸਨ ਕਰ ਸ੍ਰੀ ਗੁਰ ਤੇ ਬੈਸੇ ਪਦਮ ਆਸਨ ਕਹਿੰਦੇ ਸੱਚੇ ਪਾਤਸ਼ਾਹ ਜੀਆਂ, ਕਮਲ ਆਸਨ, ਪਦਮ ਆਸਨ ਇਹ ਲਗਾ ਸਤਿਗੁਰੂ ਜੀ ਬੈਠ ਗਏ ਆ। ਛਪੇ ਤਹਾਂ ਨਹਿ ਜਾਣਹਿ ਤੇ ਕੋ ਕਿਸੇ ਨੂੰ ਕੀ ਪਤਾ ਲੱਗਣਾ ਸੀ ਹੁਣ ਕਿੱਧਰ ਗਏ ਸੱਚੇ ਪਾਤਸ਼ਾਹ ਜੀ। ਆਪਦੇ ਬਾਸਰ ਕੇ ਘਰ ਵੀ ਨਾ ਗਏ, ਸਿੱਧਾ ਹੀ ਉੱਥੇ ਗਵਾਲੇ ਦੇ ਕਮਰੇ ਜਿਹੜਾ ਮੱਟ ਬਣਿਆ ਸੀ ਆਪਣੇ ਖੇਤ ਵਿੱਚ ਉੱਥੇ ਚਲੇ ਗਏ। ਕੋਈ ਨਹੀਂ ਜਾਣਦਾ ਵੀ ਸੱਚੇ ਪਾਤਸ਼ਾਹ ਜੀ ਕਿੱਥੇ ਹਨ। ਨਿਜ ਸਰੂਪ ਮਹਿ ਥਿਤ ਬ੍ਰਿਤ ਹੋ ਪਰ ਗੁਰੂ ਗਰੀਬ ਨਵਾਜ ਆਪਣੇ ਸਰੂਪ ਪਰਮਾਪੇ ਵਿੱਚ ਹੀ ਅੰਤਰਮੁਖੀ ਬਿਰਤੀ ਕਰਕੇ ਟਿਕ ਗਏ ਆ। ਅਚਲ ਸਮਾਧ ਅਗਾਧ ਲੱਗੀ ਤੇ ਹੈ ਜਿਹੜੀ ਮਹਾਰਾਜ ਨੇ ਸਮਾਧੀ ਲਾਈ ਆ, ਅਗਾਧ ਡੂੰਘਾ ਜਿਹੜਾ ਪਰਮੇਸ਼ਰ ਗਹਿਰ ਗੰਭੀਰ ਚਲਾਇਮਾਨ ਤੋਂ ਆਰਹਿਤ ਹੈ ਉਸ ਦੇ ਵਿੱਚ ਲੀਨ ਹੋ ਗਏ ਆ। ਸਮਾਧੀ ਲਾ ਬ੍ਰਹਮ ਸਰੂਪ ਆਨੰਦ ਪਗੀ ਉਹ ਹੈ ਜਿਹੜਾ ਪਰਮੇਸ਼ਵਰ ਦਾ ਬ੍ਰਹਮ ਸਰੂਪ ਜਿਵੇਂ ਕਹਿ ਲਓ ਸਰਬ ਵਿਆਪਕ ਹੈ, ਉਹਦੇ ਵਿੱਚ ਪਗੀ ਕਹੀਏ ਬਿਰਤੀ ਭਿੱਜ ਚੁੱਕੀ ਹੈ, ਲੀਨ ਹੋ ਚੁੱਕੀ ਹੈ। ਪ੍ਰਾਤ ਭਈ ਗੁਰ ਨਹਿ ਤਹਿ ਪਾਏ ਤੇ ਇੱਧਰ ਜਦੋਂ ਗੋਇੰਦਵਾਲ ਸਾਹਿਬ ਤੜਕਾ ਹੋਇਆ, ਸੰਗਤਾਂ ਦਰਸ਼ਨ ਕਰਨ ਜਦੋਂ ਚੁਬਾਰਾ ਸਾਹਿਬ ਦੇ ਸਥਾਨ ਤੇ ਗਈਆਂ ਤੇ ਗੁਰੂ ਅਮਰਦਾਸ ਜੀ ਨਾ ਕਿਤੇ ਦਰਸ਼ੀ ਪਏ ਆ। ਖੋਜਤ ਹੈ ਸਭ ਕਹਾਂ ਸਿਧਾਏ ਉੱਥੇ ਗੋਇੰਦਵਾਲ ਵਿੱਚ ਕੋਈ ਵੇਖਦਾ ਵੀ ਸ਼ਾਇਦ ਇੱਥੇ ਨਾਲ ਬਿਆਸ ਦੇ ਕਿਨਾਰੇ ਤੇ ਮਹਾਰਾਜ ਟਹਿਲਣ ਚਲੇ ਗਏ ਹੋਣ। ਪਾਸੇ ਆਸੇ ਸਿੱਖ ਵੇਖਦੇ ਆ ਪਰ ਮਹਾਰਾਜ ਜੀ ਦਿਸਦੇ ਕਿਤੇ ਨਹੀਂ। ਇਤ ਉਤ ਦੇਖ ਰਹੇ ਨਹਿ ਪਾਇਓ ਬਥੇਰਾ ਸਿੱਖਾਂ ਨੇ ਇਧਰ ਉਧਰ ਭਾਲ ਕੀਤੀ ਪਰ ਨਾ ਪ੍ਰਾਪਤ ਹੋਏ। ਸੁਣ ਕਰ ਦਾਤੂ ਔਰ ਹਰ ਖਾਇਓ ਤੇ ਦਾਤੂ ਨੂੰ ਪਤਾ ਲੱਗਿਆ ਵੀ ਗੋਇੰਦਵਾਲ ਛੱਡ ਗਏ ਆ ਗੁਰੂ ਅਮਰਦਾਸ ਜੀ ਮਹਾਰਾਜ, ਤੇ ਇਹ ਬਹੁਤ ਖੁਸ਼ ਹੁੰਦਾ ਹੈ। ਗੁਰ ਕੀ ਵਸਤ ਸਕਲ ਤੇ ਅਪਨਾਈ ਜਿਹੜੀਆਂ ਜਿਹੜੀਆਂ ਗੁਰੂ ਘਰ ਵਿੱਚ ਵਸਤੂਆਂ ਸੀ ਨਾ ਚੰਗੀਆਂ ਮਹਿੰਗੀਆਂ, ਉਹ ਸਾਰੀਆਂ ਦੀ ਮੱਲ ਮਾਰ ਖਲੋਤਾ ਹੈ। ਬਸਤਰ ਵਿਭੂਖਣ ਤਨ ਪਹਿਰਾਈ ਜਿਹੜੇ ਕੋ ਮਹਿੰਗੇ ਬਸਤਰ ਸੰਗਤਾਂ ਲੈ ਕੇ ਆਈਆਂ, ਕਿਉਂ ਮਹਾਰਾਜ ਤਾਂ ਅੰਗੀਕਾਰ ਨਹੀਂ ਕਰਦੇ ਸੀ। ਜਿਹੜੀਆਂ ਸੰਗਤਾਂ ਹੁਣ ਲੈ ਕੇ ਆਈਆਂ ਤਾਜੇ, ਉਹ ਗਹਿਣੇ ਸੋਹਣੇ ਬਸਤਰ ਜਿੰਨੇ ਹਨ ਗੁਰ ਤਾਗਾਦੀ ਬੈਠ ਸਜਾਈ ਤੇ ਉਹ ਹੜੱਪ ਲਏ ਆ ਤੇ ਚੰਗੇ ਸੋਹਣੇ ਕੱਪੜੇ ਪਾ ਕੇ ਗਲ ਵਿੱਚ ਮਹਿੰਗੇ ਗਹਿਣੇ ਪਾ ਕੇ ਤੇ ਦਾਤੂ ਜੀ ਜਿਹੜੇ ਆ ਉਹ ਗੁਰਤਾ ਸਿੰਘਾਸਣ ਤੇ ਜਾ ਬੈਠੇ ਚੌਂਕੜਾ ਲਾ। ਕਰਤ ਪ੍ਰਤੀਖਣ ਕੋ ਚਲ ਤੇ ਆਈ ਫਿਰ ਡੀਕਦੇ ਆ ਵੀ ਹੁਣ ਸਾਨੂੰ ਕੋਈ ਮੱਥਾ ਟੇਕਣ ਆਵੇਗਾ। ਸਿੰਘਾਸਣ ਤੇ ਬਹਿ ਗਏ ਆ ਗੁਰੂ ਬਣ ਕੇ ਤੇ ਉਡੀਕ ਰਹੇ ਆ ਵੀ ਸ਼ਾਇਦ ਹੁਣ ਸਾਨੂੰ ਸੰਗਤਾਂ ਗੁਰੂ ਅਮਰਦਾਸ ਜੀ ਵਾਂਗਰ ਗੁਰੂ ਮੰਨ ਕੇ ਤੇ ਮੱਥਾ ਟੇਕਣਗੀਆਂ। ਨਹਿ ਸੰਗਤ ਤਿਸ ਨਿਕਟ ਗਈ ਹੈ ਪਰ ਸੰਗਤ ਜਦੋਂ ਜਾਂਦੀ ਆ ਨਾ, ਬਾਬਾ ਦਾਤੂ ਜੀ ਨੂੰ ਬੈਠਾ ਸਿੰਘਾਸਣ ਤੇ ਵੇਂਦੇ ਆ ਤੇ ਪਿੱਛੇ ਮੁੜਾਉਂਦੇ, ਲਾਗੇ ਨਹੀਂ ਜਾਂਦਾ ਕੋਈ। ਕਰੀ ਅਵਗਿਆ ਕਪਤ ਭਈ ਹੈ ਕਿਉਂਕਿ ਸਾਰੀ ਸੰਗਤ ਨੂੰ ਗੁੱਸਾ ਹੈ ਵੀ ਇਸ ਨੇ ਧੰਨ ਗੁਰੂ ਅਮਰਦਾਸ ਜੀ ਮਰਨ ਨੂੰ ਲੱਤ ਮਾਰੀ ਹੈ। ਇਸ ਗੱਲ ਦੀ ਮਹਾਰਾਜ ਦੀ ਅਵਗਿਆ ਦੀ ਸਾਰੀ ਸੰਗਤ ਇਸ ਗੱਲੋਂ ਖਫਾ ਹੈ, ਗੁੱਸੇ ਵਿੱਚ ਹੈ। ਦੇਖ ਦੂਰ ਤੇ ਇਤ ਉਤ ਤੇ ਹੋਏ ਜਦੋਂ ਦੂਰੋਂ ਆਉਂਦੇ ਆ ਵੜਨ ਲੱਗਦੇ ਦਰਬਾਰ ਅੰਦਰ, ਵੇਖਦੇ ਸਾਹਮਣੇ ਬਾਬਾ ਦਾਤੂ ਜੀ ਬੈਠੇ ਆ, ਉਦੋਂ ਹੀ ਇੱਧਰ ਉੱਧਰ ਹੋ ਜਾਂਦੇ ਆ, ਮੱਥਾ ਨਹੀਂ ਟੇਕਣ ਜਾਂਦੇ। ਸਾਦਰ ਨਮਰ ਭਇਓ ਨਹਿ ਕੋਏ ਹਰ ਕੋਈ ਵੀ ਸਤਿਕਾਰ ਦੇ ਸਹਿਤ ਨਿਮਰ ਨਹੀਂ ਹੋਇਆ। ਇਸ ਭਾਈ ਦਾਤੂ ਨੂੰ ਕੋਈ ਨਹੀਂ ਝੁਕਦਾ ਆ ਕਰਕੇ। ਦੁਖ ਹੈ ਦੇਖ ਕਰ ਸਿੱਖ ਮਹਾਨੇ ਤੇ ਉਲਟਾ ਸਿੱਖ ਦੁਖੀ ਹੁੰਦੇ ਆ ਭਾਈ ਦਾਤੂ ਜੀ ਨੂੰ ਗੁਰਤਾ ਤੇ ਸਿੰਘਾਸਣ ਤੇ ਬੈਠਾ ਵੇਖ ਕੇ, ਤੇ ਉਲਟਾ ਦੁਖੀ ਹੁੰਦੇ ਆ ਵੀ ਕਾਹਨੂੰ ਇੱਥੇ ਮਹਾਰਾਜ ਨੂੰ ਲੱਤ ਮਾਰਨ ਵਾਲਾ ਹੀ ਸਿੰਘਾਸਣ ਤੇ ਬੈਠਾ ਹੈ। ਜਾਂ ਇਨ ਕਰਿਓ ਲੋਭ ਔਰ ਠਾਨੇ ਕੀ ਇਹ ਦਾਤੂ ਕਰ ਰਿਹਾ ਹੈ? ਲੋਭ ਹਿਰਦੇ ਵਿੱਚ ਜੋ ਵੀ ਕਰਕੇ ਨਾ, ਲਾਲਚ ਕਰਕੇ ਮਾਇਆ ਤਾਇਆ ਦਾ ਤੇ ਗੁਰਤਾ ਤੇ ਬੈਠ ਰਿਹਾ, ਕੀ ਦਾਤੂ ਕੰਮ ਕਰ ਰਿਹਾ ਹੈ? ਨਿਜ ਨਿਜ ਥਾਨ ਰਹੇ ਸਭ ਬੈਸੇ ਤੇ ਕੋਈ ਨਾ ਉੱਠਿਆ, ਸਾਰੀ ਸੰਗਤ ਆਪੋ ਆਪਣੇ ਸਥਾਨਾਂ ਕਮਰਿਆਂ ਜਾਂ ਜਿਹੜੇ ਵੀ ਉਸ ਸਮੇਂ ਕੋਈ ਯਥਾ ਸ਼ਕਤ ਸਥਾਨ ਸੀਗੇ, ਬਰਾਜਣ ਵਾਲੇ ਝੌਂਪੜੀਆਂ ਛੰਨਾ ਆਦਿਕ ਸਭ ਸੰਗਤਾਂ ਉੱਥੇ ਹੀ, ਕੋਈ ਲਾਂਗਰੀ ਲੰਗਰਾਂ ਵਿੱਚ ਸੰਗਤਾਂ ਇਸੇ ਤਰ੍ਹਾਂ ਪਾਸਿਆਸੀ ਹੋਈਆਂ, ਦਰਬਾਰ ਵਿੱਚ ਨਹੀਂ ਕੋਈ ਗਿਆ ਹੈ। ਤਿਸ ਟਿਕ ਗਮਨਿਓ ਕੋਈ ਨਾ ਕੈਸੇ ਕੋਈ ਵੀ ਕਿਸੇ ਤਰ੍ਹਾਂ ਵੀ ਭਾਈ ਦਾਤੂ ਦੇ ਪਾਸ ਨਾ ਗਿਆ ਝੁਕਣ ਵਾਸਤੇ, ਮੱਥਾ ਟੇਕਣ। ਏਕਲ ਬੈਠ ਬਹੁਤ ਅਕਲਾਇਓ ਤੇ ਇਕੱਲਾ ਬੈਠਾ ਬੈਠਾ ਦੁਖੀ ਹੋ ਗਿਆ ਵੀ ਆਉਂਦਾ ਕੋਈ ਵੀ ਨਹੀਂ। ਹੁਣ ਸਿੰਘਾਸਣ ਵੀ ਉਹੀ ਆ, ਦਰਬਾਰ ਵੀ ਉਹੀ ਆ, ਕੱਪੜੇ ਵੀ ਸੋਹਣੇ ਪਾਏ ਆ, ਗੁਰੂ ਵੀ ਪੂਰਾ ਬਣ ਕੇ ਬੈਠਾ, ਪਰ ਜਦੋਂ ਕੋਈ ਮੱਥਾ ਨਾ ਟੇਕਣ ਆਇਆ ਤੇ ਭਾਈ ਦਾਤੂ ਜੀ ਬੜੇ ਦੁਖੀ ਹੋਏ ਆ। ਹਰ ਸੰਗਤ ਕੇ ਉਰ ਨਹਿ ਪਾਇਓ ਤੇ ਸੰਗਤ ਦੇ ਮਨ ਨੂੰ ਇਹ ਭਾਏ ਨਹੀਂ ਹਨ ਭਾਈ ਦਾਤੂ ਜੀ। ਭਇਓ ਉਦਾਸ ਵਸਤ ਸਭ ਲੀਨੀ ਤੇ ਇਹ ਉਦਾਸ ਹੋ ਗਏ ਵੀ ਇੱਥੇ ਨਹੀਂ ਗੱਲ ਬਣਨੀ, ਸਾਨੂੰ ਕਿਸੇ ਨੇ ਗੁਰੂ ਮੰਨਣਾ ਹੀ ਨਹੀਂ, ਨਾ ਮੱਥਾ ਟੇਕਣਾ।
ਇਹ ਵਿਚਾਰ ਕਰਕੇ ਤੇ ਜਿਹੜੀਆਂ ਵਸਤੂਆਂ ਕਹਿੰਦੇ ਫਿਰ ਉਹ ਜਾਦੇ ਚੋਰ ਦੀ ਪੱਗ ਹੀ ਸਹੀ। ਇਹ ਜਾਣ ਲੱਗਾ, ਇਹਨੂੰ ਇਹ ਹੈ ਵੀ ਚਲੋ ਹੁਣ ਫਿਰ ਜਾਂਦੀ ਵਾਰੀ ਜਿਹੜੇ ਆ ਕੁਝ ਹੱਥ ਆਇਆ ਗਹਿਣਾ ਗੱਟਾ ਇਹ ਤਾਂ ਸਾਂਭ ਕੇ ਚੱਲੀਏ। ਇਹ ਵਿਚਾਰ ਜੀ ਕਰਕੇ ਤੇ ਭਾਈ ਦਾਤੂ ਨੇ ਉਹ ਕਪੜਾ ਜਿਹੜਾ ਕੋ ਉੱਥੇ ਸੰਗਤਾਂ ਲੈ ਕੇ ਆਈਆਂ, ਕੋ ਕਾਰ ਭੇਟਾ ਮਾਇਆ ਤਾਇਆ, ਉਹ ਸਾਰੀ ਹੱਥ ਹੇਠ ਕਰ ਲਈ ਐ ਬੇਸਰ ਲਾਦ ਸੋ ਤਿਆਰੀ ਤੇ ਕੀਨੀ। ਕਹਿੰਦੇ ਨੇ ਖੱਚਰ ਤੇ ਲੱਦ ਲਈ ਆ। ਉਹ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪ ਹੀ ਇਹਨੂੰ ਖੱਚਰ ਭਰ ਕੇ ਉਸ ਦਿਨ ਦੀ ਜਿੰਨੀ ਮਾਇਆ ਜੋ ਵੀ ਰਸਤਾਂ ਆਈਆਂ ਸਾਰੀਆਂ ਇਹਨੂੰ ਦਿੱਤੀਆਂ ਸੀ ਭਾਈ ਦਾਤੂ ਜੀ ਨੂੰ ਜਾਣ ਲੱਗੇ ਨੂੰ। ਪਰ ਜਥਾ ਕਵੀ ਜੀ ਕਹਿ ਰਹੇ ਕਹਿੰਦੇ ਆ ਕਿ ਮਹਾਰਾਜ ਤਾਂ ਹੈ ਨਹੀਂ, ਸਾਰੀ ਮਾਇਆ ਤਾਇਆ ਜੋ ਵੀ ਇਹਦੇ ਹੱਥ ਲੱਗਾ ਨੇ ਖੱਚਰ ਭਰ ਲਈ ਹੈ, ਲੱਦ ਲਈ ਹੈ। ਸੰਧਿਆ ਸਮੇਂ ਚੱਲਿਓ ਦਿਸ਼ਗ੍ਰਾਮੂ। ਹੁਣ ਇੱਥੇ ਸਤਿਕਾਰ ਤਾਂ ਹੁੰਦਾ ਨਹੀਂ ਗੋਇੰਦਵਾਲ ਸਾਹਿਬ। ਇਹ ਵਿਚਾਰ ਕਰਕੇ ਆ ਤਰਕਾਲਾਂ ਨਹੀਂ ਸੀ, ਮੂੰਹ ਹਨੇਰਾ, ਤੇ ਉਦੋਂ ਤੁਰਨ ਦੀ ਇੱਛਾ ਜੀ ਕੀਤੀ ਹੈ। ਸੰਧਿਆ ਵੇਲੇ ਨਗਰ ਨੂੰ ਖਡੂਰ ਨੂੰ ਤੁਰਿਆ ਹੈ। ਕੁਛ ਸੇਵਕ ਸੰਗ ਜਾਏ ਸੋ ਧਾਮੂ। ਤੇ ਕੁਝ ਕੁ ਨਾਲ ਜਿਹੜੇ ਉਹ ਬੰਦੇ ਲੈ ਕੇ ਆਏ ਸੀ ਭਾਈ ਦਾਤੂ ਜੀ ਦੇ ਸੇਵਕ ਚੇਲੇ ਸੀ, ਉਹ ਵੀ ਨਾਲ ਹੀ ਚੱਲੇ ਆ। ਮਗ ਮਹਿ ਨਿਸਾ ਭਈ ਤਮਸ਼ਾਇਓ। ਹਨੇਰਾ ਹੋ ਗਿਆ ਕਿਉਂਕਿ ਫਿਰ ਵੀ ਪੈਦਲ 4 ਕੋਹ ਦਾ ਰਸਤਾ ਬੜਾ ਬਣ ਜਾਂਦਾ। ਤੁਰਦਿਆਂ ਤੁਰਦਿਆਂ ਜਦੋਂ ਕਾਫੀ ਇੱਕ ਤਾਂ ਤੁਰੇ ਵੀ ਹਨੇਰੇ ਤੇ ਕਾਫੀ ਹਨੇਰਾ, ਰਸਤੇ ਵਿੱਚ ਹੀ ਰਾਤ ਪੈ ਗਈ ਹੈ। ਆਣ ਮਿਲੇ ਤਸਕਰ ਸਮੁਦਾਇਓ। ਤੇ ਰਸਤੇ 'ਚ ਹੀ ਕਿਤੇ ਇਹ ਭਾਈ ਦਾਤੂ ਜੀ ਨੂੰ ਚੋਰ ਟੱਕਰ ਗਏ ਹਨ। ਭਾਜੀ ਦਾਸ ਲੂਟ ਸਭ ਲਿਓ। ਉਹ ਜਿਹੜੇ ਖਾਣ ਪੀਣ ਵਾਲੇ ਚੇਲੇ ਚਾਟੜੇ ਸੀ ਉਹ ਤਾਂ 1-2 ਵਜੀਆਂ ਨਾਲ ਹੀ ਭੱਜ ਗਏ, ਦੌੜ ਗਏ ਹਨ। ਹੋਏ ਛੂਛ ਘਰ ਪਹੁੰਚਤ ਭਇਓ। ਤੇ ਭਾਈ ਦਾਤੂ ਜੀ ਇਕੱਲੇ ਰਹਿ ਗਏ। ਕਵੀ ਜੀ ਕਹਿੰਦੇ ਖਾਲੀ ਫਿਰ ਘਰੇ ਆਏ, ਭਾਵ ਉਹ ਸਮਾਨ ਵੀ ਲੁੱਟ ਲਿਆ। ਤੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਉਹਨਾਂ ਕੁੱਟ ਵੀ ਜਿਹੜੀ ਪਈ ਸੀ ਇਹਨਾਂ ਨੂੰ ਭਾਈ ਦਾਤੂ ਜੀ ਨੂੰ ਚੋਰਾਂ ਤੋਂ। ਔਰ ਇਸੇ ਤਰ੍ਹਾਂ ਜਿਹੜਾ ਵਾ ਖਾਲੀ ਹੱਥ ਜਿਹੜੇ ਉਹ ਭਾਈ ਦਾਤੂ ਜੀ ਘਰੇ ਆ, ਸਮਾਨ ਵੀ ਸਾਰਾ ਲੁੱਟਿਆ ਗਿਆ, ਨਾਲ ਦੇ ਭੱਜ ਗਏ ਸਨ। ਕਰ ਕੇ ਬਸਤਰ ਵਿਭੂਖਣ ਤੇ ਖੋਏ। ਉਹ ਲੈ ਕੇ ਗੋਇੰਦਵਾਲੋਂ ਕੀ ਆਉਣਾ ਸੀ, ਜਿਹੜੇ ਪਾਏ ਸੀ ਨਾ ਗਹਿਣੇ ਆਪਦੇ ਘਰੋਂ, ਜਿਹੜੇ 2-4 ਪਾ ਕੇ ਗਏ ਸੀ ਭਾਈ ਦਾਤੂ ਜੀ, ਉਹ ਵੀ ਚੋਰਾਂ ਨੇ ਲਾਹ ਲਏ ਆ। ਹਤੀ ਲਾਤ ਤਿਸ ਮਹਿ ਦੁੱਖ ਖੋਏ। ਤੇ ਬੜੀ ਦੁੱਖ ਮਨਾਉਂਦਾ। ਤੇ ਜਿਹੜੀ ਲੱਤ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮਾਰੀ ਸੀ ਉਹ ਵੀ ਹੁਣ ਦੁਖਣੀ ਸ਼ੁਰੂ ਹੋ ਗਈ, ਉਹਦੇ ਵਿੱਚ ਬੜੀ ਭਿਆਨਕ ਪੀੜ ਸ਼ੁਰੂ ਹੋ ਗਈ। ਕਿਉਂਕਿ ਚਾਹੇ ਸਾਧ ਸੰਗਤ ਜੀ ਪਰਮੇਸ਼ਰ ਗੁਰੂ ਅਮਰਦਾਸ ਜੀ ਮਹਾਰਾਜ ਨਹੀਂ ਐਸੇ ਸੀ ਵੀ ਬਦਲੇ ਦੀ ਇੱਛਾ ਰੱਖਦੇ, ਪਰ ਜਿਹੜਾ ਅਕਾਲ ਪੁਰਖ ਪਰਮੇਸ਼ਰ ਖਾਲਸਾ ਜੀ ਉਹ ਭਗਤਾਂ ਨੂੰ ਕੋਈ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਤੋ ਜਿਹੜੇ ਭਗਤਾਂ ਨੂੰ ਸਾਧ ਸੰਗਤ ਜੀ ਕੋਈ ਦੁੱਖ ਦਿੰਦਾ ਹੈ, ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ ਸੰਤਨ ਦੁੱਖ ਪਾਏ ਤੇ ਦੁਖੀ। ਪਰਮੇਸ਼ਰ ਦੁਖੀ ਕਦੋਂ ਹੁੰਦਾ? ਜਦੋਂ ਸੰਤ ਦੁੱਖ ਪਾਉਂਦੇ ਆ। ਸੁਖ ਪਾਏ ਸਾਧਨ ਕੇ ਸੁਖੀ, ਜਦੋਂ ਸਾਧੂ ਸੁਖੀ ਹੈ ਉਦੋਂ ਪਰਮੇਸ਼ਰ ਸੁਖੀ ਹੈ। ਤੋ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜਿਵੇਂ ਨੇ ਲੱਤ ਮਾਰੀ, ਉਹ ਪਰਮੇਸ਼ਰ ਅਕਾਲ ਪੁਰਖ ਨੇ ਦੰਡ ਦਿੱਤਾ ਹੈ। ਭਾਈ ਦਾਤੂ ਜੀ ਦੀ ਉਸ ਲੱਤ ਵਿੱਚ ਬਹੁਤ ਭੈੜੀ ਪੀੜ ਛਿੜ ਉੱਠੀ ਹੈ। ਘਰ ਮਹਿ ਬੈਠ ਬਸੂਰਿਓ ਫੇਰ। ਤੇ ਹੇਠਾਂ ਬੈਠ ਗਿਆ, ਮਨ ਵਿੱਚ ਬੜਾ ਝੂਰਾ ਕਰਦਾ, ਬੜਾ ਪਛਤਾਉਂਦਾ ਹੈ। ਮੈਂ ਕੋ ਕਰਮ ਕਿਆ ਕੀਨ ਬਡੇਰ। ਵੀ ਜਿਹੜਾ ਮੈਂ ਕੁਕਰਮ ਕੀਤਾ ਨਾ, ਬੜਾ ਭਾਰੀ ਮਾੜਾ ਖੋਟਾ ਕੰਮ ਕਰਕੇ ਆਇਆ। ਮਹਾਰਾਜ ਨੂੰ ਲੱਤ ਮਾਰ ਗਇਓ ਗਦਰਬ ਕੋ ਘਰ ਤੇ ਖੋਇਓ। ਕਿਉਂਕਿ ਜਿਹੜਾ ਉਹ ਪੈਸਾ ਮੈਂ ਉੱਥੋਂ ਲਿਆਂਦਾ ਸੀ ਲਾਲਚ ਵਜੋਂ ਗੋਇੰਦਵਾਲ ਸਾਹਿਬ ਤੋਂ, ਉਹ ਵੀ ਰਾਹ 'ਚ ਗਵਾਚ ਗਿਆ, ਲੈ ਗਏ ਚੋਰ। ਤੇ ਉਲਟਾ ਮੇਰੇ ਘਰ ਦਾ ਵੀ ਸਭ ਲੁੱਟਿਆ ਗਿਆ, ਜਿਹੜਾ ਮੈਂ ਪਾ ਕੇ ਗਿਆ ਸੀ, ਘਰ ਦਾ ਵੀ ਨੁਕਸਾਨ ਹੋਇਆ ਹੈ। ਹਤੇ ਲਾਤ ਤੇ ਰੁਜ ਬਹੁ ਖੋਇਓ। ਤੇ ਹੁਣ ਆ ਜਿਹੜੀ ਲੱਤ ਮਾਰੀ ਸੀ ਤੇ ਇਹਦੇ ਵਿੱਚ ਦਰਦ ਬੜਾ ਭੈੜਾ ਰੋਗ ਉੱਠ ਆਇਆ ਹੈ। ਲੱਜਤ ਹੋਏ ਪਰ ਵਿਸ਼ਿਓ ਘਰ ਮਾਹੀ। ਕਹਿੰਦੇ ਫਿਰ ਉਹ ਭਾਈ ਦਾਤੂ ਜੀ ਉਸ ਤੋਂ ਬਾਅਦ ਬਾਹਰ ਨਹੀਂ ਸੀ ਨਿਕਲਦੇ ਤੇ ਬਹੁਤ ਲੱਜਾ ਮਨਾਉਂਦੇ, ਸ਼ਰਮਸਾਰ ਘਰ ਵਿੱਚ ਛੁਪੇ ਰਹੇ ਆ। ਬਾਹਰ ਗਰਭ ਕਰ ਨਿਕਸਿਓ ਨਹੀਂ। ਹੰਕਾਰ ਜਿਵੇਂ ਪਹਿਲਾਂ ਕਰਦੇ ਸੀ ਨੌਵੇਂ ਦਾ ਹੰਕਾਰ ਜਿਹਾ ਕਰਕੇ ਫੇਰ ਨਹੀਂ ਕਦੇ ਘਰੋਂ ਬਾਹਰ ਨਿਕਲੇ ਆ। ਸ਼ੋਕ ਵਿਖੈ ਵਿਆਕੁਲ ਬਹ ਰਹਿਓ। ਤੇ ਬੜਾ ਸ਼ੋਕ ਮਨਾਉਂਦੇ, ਦੁੱਖ ਦੇ ਵਿੱਚ ਬੜੇ ਦੁਖੀ ਰਹਿੰਦੇ ਆ, ਜਾਂ ਲੱਤ ਦੀ ਪੀੜ ਕਰਕੇ। ਆਪਣੋ ਖੋਟ ਨਾ ਕਿਹੋ ਸੋ ਕਹਿਓ। ਤੇ ਜਿਹੜਾ ਖੋਟਾ ਕੰਮ ਇਹ ਕਰਕੇ ਆਏ ਸੀ ਮਹਾਰਾਜ ਨੂੰ ਲੱਤ ਮਾਰਨ ਵਾਲੇ, ਨਾ ਕਿਸੇ ਨੂੰ ਨਾ ਦੱਸਿਆ ਵੀ ਦਰਦ ਦੱਸਦੇ ਆ ਵੀ ਲੱਤ ਵਿੱਚ ਹੁੰਦੀ ਹੈ, ਪਰ ਇਹ ਨਹੀਂ ਦੱਸਦੇ ਵੀ ਲੱਤ ਵਿੱਚ ਪੀੜ ਹੁੰਦੀ ਕਿਉਂ ਆ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜਿਹੜੀ ਲੱਤ ਮਾਰ ਕੇ ਆਏ ਉਹ ਕਿਸੇ ਤਾਈਂ ਵੀ ਪ੍ਰਗਟ ਨਹੀਂ ਦੱਸਦੇ ਆ। ਗੋਇੰਦਵਾਲ ਮਿਲੇ ਸਿੱਖ ਸਾਰੇ। ਇਧਰ ਸਾਧ ਸੰਗਤ ਜੀ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਨਾ ਦਰਸ਼ਨ ਹੋਏ, ਸਤਿਗੁਰਾਂ ਦੇ ਦਿਸੇ ਨਾ,
ਤੇ ਸੰਗਤਾਂ ਸਾਰੀਆਂ ਇਕੱਠੀਆਂ ਹੋ ਕਰਕੇ ਲਾਏ ਦੀਵਾਨ ਵਿਚਾਰ ਵਿਚਾਰੇ। ਤੇ ਸਾਰੀਆਂ ਸੰਗਤਾਂ ਜਿਹੜੀਆਂ ਹਨ ਉਹ ਵਿਚਾਰਦੀਆਂ ਆਪਸ ਵਿੱਚ ਸਭ ਇਕੱਠੇ ਹੋ ਕੇ ਤੇ ਵਿਚਾਰ ਕਰ ਰਹੇ ਹਨ। ਗੁਰ ਬਿਨ ਵਿਆਕੁਲ ਬਹੁ ਮੁਰਝਾਏ। ਕਿਉਂਕਿ ਸਿੱਖ ਗੁਰੂ ਤੋਂ ਬਿਨਾ ਤੜਫਦੇ ਆ, ਦਰਸ਼ਨਾਂ ਤੋਂ ਬਿਨਾ ਸਭ ਦੇ ਮੂੰਹ ਜਿਹੜੇ ਉਤਰੇ ਹੋਏ ਆ। ਬਿਨ ਸੂਰਜ ਪੰਕਜ ਸਮੁਦਾਏ। ਕਵੀ ਜੀ ਕਹਿੰਦੇ ਜਿਵੇਂ ਸੂਰਜ ਤੋਂ ਬਿਨਾ ਜਿਹੜਾ ਕਮਲ ਹੁੰਦਾ ਉਹ ਮੁਰਝਾ ਜਾਂਦਾ ਹੈ। ਜਿਮ ਨਰੇਸ਼ ਬਿਨ ਸੈਨ ਦੁਖਾਰੀ। ਜਿਵੇਂ ਰਾਜਾ ਨਾ ਹੋਵੇ ਤੇ ਸੈਨਾ ਕਿੱਡੀ ਦੁਖੀ ਹੁੰਦੀ ਹੈ। ਜਿਮ ਸੁਰਪਤ ਬਿਨ ਸੁਰ ਦੁਖ ਭਾਰੀ। ਤੇ ਜਿਵੇਂ ਉਹ ਸੁਰਪਤ ਇੰਦਰ ਨੂੰ ਕਹਿੰਦੇ ਆ, ਜਦੋਂ ਇੰਦਰ ਕਮਲਾਂ ਦੀ ਬਗੀਚੀ ਵਿੱਚ ਲੁਕਿਆ ਸੀ ਉਦੋਂ ਬੜੀ ਨਮੋਸ਼ੀ ਛਾ ਗਈ ਸੀ ਦੇਵੀ ਦੇਵਤਿਆਂ ਅੰਦਰ। ਕਹਿੰਦੇ ਜਿਵੇਂ ਇੰਦਰ ਤੋਂ ਬਿਨਾਂ ਦੇਵਤੇ ਸਾਰੇ ਦੁਖੀ ਹੁੰਦੇ ਆ। ਜਥਾ ਪੰਖ ਬਿਨ ਹੋਏ ਬਿਹੰਗਾ। ਪਰ ਜਿਵੇਂ ਪੰਛੀ ਦੇ ਖੰਭ ਕੋਈ ਕੱਟ ਦੇਵੇ ਕਿੰਨਾ ਦੁਖੀ ਹੁੰਦਾ, ਉੱਡਿਆ ਨਾ ਜਾਵੇ ਤਾਂ। ਇਸੇ ਪ੍ਰਕਾਰ ਜਿਮ ਪਤ ਬਿਨ ਇਸਤਰੀ ਸਰਬੰਗਾ। ਤੇ ਜਿਵੇਂ ਕੋਈ ਜਿਹੜੀ ਪਤੀ ਬ੍ਰਤਾ ਇਸਤਰੀ ਜਿਹੜੀ ਸੁਹਾਗਣ ਹੈ ਆਪਦੇ ਪਤੀ ਦਾ ਵਿਛੋੜੇ ਤੋਂ ਦੁਖੀ ਹੁੰਦੀ ਹੈ। ਬਿਨਾ ਨੀਰ ਜਿਮ ਤਰ ਸੁਸਕੰਤੇ। ਤੇ ਸਰਬੰਗਾ ਸਰਬ ਕਰਕੇ ਸਾਰੇ ਤਰ੍ਹਾਂ ਕਰਕੇ। ਤੋ ਉਸੇ ਤਰ੍ਹਾਂ ਕਵੀ ਜੀ ਕਹਿੰਦੇ ਜਿਵੇਂ ਨੀਰ ਤੋਂ ਬਿਨਾ ਨੀਰ। ਬਿਨਾ ਨੀਰ ਜਿਮ ਤਰ ਸ਼ੁਸ਼ਕੰਤੇ। ਜਿਵੇਂ ਪਾਣੀ ਤੋਂ ਬਿਨਾ ਜਿਹੜੇ ਤਰ ਰੁੱਖ ਹਨ ਉਹ ਸ਼ੁਸ਼ਕੰਤੇ ਕਹੀਏ ਸੁੱਕ ਜਾਂਦੇ ਆ। ਸਾਖ ਬਿਨ ਜਿਹੜਾ ਜਲ ਬਿਨ ਸਾਖ ਕੋ ਮਿਲਾਵਤੀ। ਸਾਖ ਜਾਂ ਜਿਹੜੇ ਰੁੱਖ ਹਨ ਖੇਤੀ ਰੁੱਖ ਜਿੰਨੀ ਉਤਪੁਜ ਹੈ ਇਹ ਸਾਰੀ ਪਾਣੀ ਤੋਂ ਬਿਨਾ ਜਿਵੇਂ ਕਮਲਾਉਂਦੀ ਹੈ। ਤਥਾ ਸਿੱਖ ਦੁਖ ਵਿਖੈ ਤਪੰਤੇ। ਇਸੇ ਤਰ੍ਹਾਂ ਕਵੀ ਜੀ ਕਹਿੰਦੇ ਸਾਰੇ ਸਿੱਖ ਗੁਰੂ ਅਮਰਦਾਸ ਜੀ ਮਹਾਰਾਜ ਤੇ ਦਰਸ਼ਨਾਂ ਤੋਂ ਬਿਨਾ ਕੁਮਲਾ ਰਹੇ ਆ, ਦੁਖੀ ਹੋ ਰਹੇ ਹਨ। ਆਪ ਆਪਣੀ ਬੁੱਧ ਅਨੁਸਾਰੇ। ਤੇ ਜਿਵੇਂ ਜਿਵੇਂ ਵੀ ਕਿਸੇ ਦੀ ਬੁੱਧੀ ਹੁੰਦੀ ਹੈ ਸੁੱਧ ਬੁੱਧ ਹੁੰਦੀ ਹੈ ਹਿਰਦੇ ਵਿਚਾਰਤ ਬਾਕ ਉਚਾਰੇ। ਆਪਦੀ ਮਤ ਦੇ ਨਾਲ ਮਨ ਵਿੱਚ ਵਿਚਾਰਾਂ ਜੀਆਂ ਕਰਕੇ ਸਿੱਖ ਇੱਕ ਦੂਜੇ ਨੂੰ ਕਹਿ ਰਹੇ ਆ। ਸਤਿਗੁਰ ਹੋਏ ਅੰਤਰ ਧਿਆਨ। ਕਹਿੰਦੇ ਆ ਕੁਝ ਕਹਿੰਦੇ ਆ ਵੀ ਲੱਗਦਾ ਹੈ ਵੀ ਸਤਿਗੁਰੂ ਜੀ ਅੰਤਰ ਧਿਆਨ ਹੋ ਗਏ, ਕਿਤੇ ਗੁਪਤ ਹੋ ਗਏ ਹਨ। ਪਹੁੰਚੇ ਆਪਣੇ ਬਿਕੁੰਠ ਸਥਾਨ। ਭਾਵ ਕਿ ਮਹਾਰਾਜ ਜੀ ਸੱਚਖੰਡ ਚਲੇ ਗਏ ਹਨ। ਗੁਰ ਅੰਗਦ ਸਤ ਕੀਰਸ ਦੇਖ। ਕਿਉਂਕਿ ਜਿਹੜੇ ਗੁਰੂ ਅੰਗਦ ਪਾਤਸ਼ਾਹ ਦੇ ਪੁੱਤਰ ਦਾਤੂ ਜੀ ਨੇ ਜਿਹੜਾ ਕਾਰਜ ਕੀਤਾ ਹੈ ਨਾ, ਜੋ ਵੀ ਇੱਥੇ ਕੌਤਕ ਕੀਤਾ ਖੋਟਾ ਕਰਮ, ਉਸ ਕਰਕੇ ਮਹਾਰਾਜ ਜੀ ਸੱਚਖੰਡ ਚਲੇ ਗਏ ਹੋਣੇ ਆ ਸਣਦੇਹੀ। ਤਿਆਗਿਓ ਤੁਰਤ ਸਮਾਜ ਅਸੇਖ। ਜਿਸ ਕਰਕੇ ਮਹਾਰਾਜ ਜੀਆਂ ਦਾਤੂ ਦੇ ਕਾਰਨ ਸਾਰਾ ਸਮਾਜ ਗੋਇੰਦਵਾਲ ਸਾਹਿਬ ਜਾਂ ਸਾਰਾ ਸੰਸਾਰ ਤਿਆਗ ਦਿੱਤਾ ਹੈ, ਸਣਦੇਹੀ ਸੱਚਖੰਡ ਗਏ ਆ। ਰਹਿਣ ਚੱਲਣ ਤਿਨ ਏਕ ਸਮਾਨ। ਔਰ ਇਸੇ ਤਰ੍ਹਾਂ ਜਿਹੜੇ ਕੁਝ ਕੁ ਜਿਹੜੇ ਵਾ ਉਹ ਇਉਂ ਕਹਿ ਰਹੇ ਆ ਰਹਿਣ ਚੱਲਣ ਤਿਨ ਏਕ ਸਮਾਨ, ਕਿ ਮਹਾਰਾਜ ਜਾਣ ਨੂੰ ਕੀ ਭਾਈ ਜਾ ਸਕਦੇ ਆ ਸੱਚਖੰਡ ਜਾਣਾ ਮਹਾਰਾਜ ਵਾਸਤੇ ਕਿਹੜਾ ਔਖਾ ਹੈ ਜਾਣਾ ਜਾਂ ਉੱਥੋਂ ਚੱਲ ਪੈਣਾ। ਸੱਚਖੰਡ ਤੋਂ ਪ੍ਰਿਥਵੀ ਆ ਜਾਣਾ, ਪ੍ਰਿਥਵੀ ਤੋਂ ਸੱਚਖੰਡ ਚਲੇ ਜਾਣਾ। ਮਹਾਰਾਜ ਦਾ ਇੱਕ ਸਮਾਨ ਹੀ ਆ, ਜਦੋਂ ਮਰਜੀ ਚਾਹਣ ਚਲੇ ਜਾਣ, ਜਦੋਂ ਮਰਜੀ ਚਾਹਣ ਤੇ ਆ ਜਾਣ। ਸਿੱਖਣ ਹੇਤ ਹੋਤੇ ਇਸ ਸਥਾਨ। ਤੇ ਬਸ ਮਹਾਰਾਜ ਤਾਂ ਸਿੱਖਾਂ ਵਾਸਤੇ ਇਸ ਸਥਾਨ ਤੇ ਰਹਿੰਦੇ ਆ। ਉਹ ਤਾਂ ਮਹਾਰਾਜ ਦਾ ਸਥਾਨ ਸੱਚਖੰਡ ਹੈ। ਕੇ ਚਿਤ ਕਹੈ ਗਏ ਬਨ ਮਾਹੀ। ਕੁਝ ਕੁ ਕਹਿੰਦੇ ਨਹੀਂ ਉਹ ਦਾਤੂ ਜੀ ਦੇ ਤੋਂ ਜਿਹੜਾ ਵੇ ਜਾਂ ਦਾਤੂ ਜੀਆਂ ਕੌਤਕ ਕੀਤਾ ਕਾਰਜ ਕੀਤਾ ਹੈ, ਇਸ ਕਰਕੇ ਗੁਰੂ ਅਮਰਦਾਸ ਜੀ ਕਿਤੇ ਜੰਗਲ ਵਿੱਚ ਜਾ ਪਹੁੰਚੇ ਆ। ਕਲਹਿ ਸਹਿ ਦਾਤੂ ਕੀ ਨਾਹੀ। ਕਿਉਂਕਿ ਮਹਾਰਾਜ ਜੀ ਕਲੇਸ਼ ਤੋਂ ਦੂਰ ਰਹਿਣਾ ਚਾਹੁੰਦੇ ਆ ਤੇ ਦਾਤੂ ਦਾ ਕਲੇਸ਼ ਝਗੜਾ ਨਹੀਂ ਮਹਾਰਾਜ ਤੋਂ ਸਹਿ ਹੋਇਆ। ਕੇ ਚਿਤ ਕਹੈ ਵਿਦੇਸ਼ ਮਝਾਰਾ। ਕੁਝ ਕੁ ਕਹਿੰਦੇ ਸਿੱਖ ਆਪਦੀ ਮਤ ਅਨੁਸਾਰ ਵੀ ਉਹ ਤਾਂ ਕਿਤੇ ਬਾਹਰ ਦੇਸ਼ ਵਿਦੇਸ਼ਾਂ ਨੂੰ ਚਲੇ ਗਏ ਆ। ਪਹੁੰਚੇ ਸਤਿਗੁਰ ਦਰਸ ਉਦਾਰਾ। ਵੀ ਉੱਥੇ ਮਹਾਰਾਜ ਜੀ ਪਹੁੰਚ ਗਏ ਹਨ ਉਦਾਰ ਸਖੀ ਚਿੱਤ, ਜਿਨ੍ਹਾਂ ਦਾ ਦਰਸ਼ਨ ਬੜਾ ਸਖੀ ਹੈ। ਤਹਾਂ ਸਿੱਖ ਸੇਵਕ ਹੋਏ ਬ੍ਰਿੰਦ। ਤੇ ਉਹਨਾਂ ਨੂੰ ਕੀ ਹੈ ਭਾਈ, ਉਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਤਾਂ ਪਤਾਲਾਂ ਵਿੱਚ ਵੀ ਵਸਦੀ ਹੈ ਤੇ ਗੁਰੂ ਅਮਰਦਾਸ ਜੀ ਉਹਨਾਂ ਦਾ ਹੀ ਰੂਪ ਹਨ ਤੇ ਉਹਨਾਂ ਨੂੰ ਪੂਜਣ ਵਾਲੇ ਬਹੁਤ ਨੇ। ਕਿਤੇ ਹੋਰ ਪਤਾਲ ਜਾਂ ਕਿਤੇ ਹੋਰ ਖੰਡ ਦੀਪ ਵਿੱਚ ਮਹਾਰਾਜ ਚਲੇ ਗਏ ਹੈ ਤੇ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਦੀ ਬੜੀ ਸੰਗਤ ਹੈ। ਬੜੇ ਸਿੱਖਾਂ ਮਹਾਰਾਜ ਦੇ ਚਰਨ ਪਰਸੇ ਹੋਣੇ ਹਨ। ਹੈ ਜਿਨ ਮਸਤਕ ਭਾਗ ਬਿਲੰਦ। ਕੋਈ ਜਿਨ੍ਹਾਂ ਸਿੱਖਾਂ ਦੇ ਵੱਡੇ ਹੀ ਭਾਗ ਹਨ ਮੱਥੇ ਦੇ। ਇਤਿਆਦਿਕ ਬਹੁਥਾਨ ਬਤਾਵੈ। ਇਉਂ ਸਿੱਖ ਨਾ ਟੇਵੇ ਦੇ ਲਾ ਲਾ ਕੇ ਆਪਣੀ ਮੱਤ ਅਨੁਸਾਰ ਕਈ ਤਰ੍ਹਾਂ ਦੀਆਂ ਥਾਵਾਂ ਦੱਸਦੇ। ਕੋਈ ਕਹਿੰਦਾ ਸੱਚਖੰਡ ਚਲੇ ਗਏ ਆ, ਕੋਈ ਕਹਿੰਦਾ
ਇਉਂ ਖੰਡਾ ਮੰਡਲ ਵਿੱਚ ਕਿਤੇ ਚਲੇ ਗਏ, ਕਿਸੇ ਹੋਰ ਦੀਪ ਵਿੱਚ ਚਲੇ ਗਏ, ਕੋਈ ਕਹਿੰਦਾ ਜੰਗਲ ਵਿੱਚ ਚਲੇ ਗਏ ਹਨ। ਨਿਸ਼ਚੈ ਮਤ ਕੋਈ ਨਾ ਠਹਿਰਾਵੈ। ਪਰ ਪੱਕੇ ਤੌਰ ਤੇ ਨਹੀਂ ਕੋਈ ਦੱਸ ਸਕਦਾ ਵੀ ਹੁਣ ਮਹਾਰਾਜ ਇਸ ਵੇਲੇ ਕਿੱਥੇ ਹਨ। ਤਬ ਸਭ ਮਿਲ ਕੇ ਕੀਨ ਵਿਚਾਰਨ। ਉਦੋਂ ਫਿਰ ਸਾਰੀ ਸੰਗਤ ਨੇ ਆਪਸ ਵਿੱਚ ਮਿਲ ਕੇ ਇਹ ਵਿਚਾਰ ਕੀਤੀ ਹੈ। ਬੁੱਢਾ ਜਨ ਹੈ ਗੋ ਇਸ ਕਾਰਨ। ਸੰਗਤ ਕਹਿੰਦੇ ਆ, ਸਿਆਣੇ ਸਿੱਖ ਵਿੱਚੋਂ ਕਹਿੰਦੇ ਆ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਮਹਾਰਾਜ ਦਾ ਵਰਜੂ ਹੋਇਆ ਵੀ ਤੁਹਾਥੋਂ ਓਲੇ ਕਦੇ ਨਾ ਹੋ ਸਾਂ, ਵੀ ਤੁਹਾਡੇ ਤੋਂ ਕਦੇ ਵੀ ਸਾਡਾ ਸਰੂਪ ਓਲੇ ਨਹੀਂ ਹੋਏਗਾ। ਤੇ ਬਾਬਾ ਬੁੱਢਾ ਸਾਹਿਬ ਜੀ ਸਾਰੀ ਗੱਲਬਾਤ ਜਾਣਦੇ ਹੋਣਗੇ। ਗੁਰ ਘਰ ਮਹਿ ਸੋ ਸਚਿ ਬਿਮਲ ਸਮਾਨ। ਕਿਉਂਕਿ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਉਹ ਗੁਰੂ ਘਰ ਦੇ ਵਿੱਚ ਵਜ਼ੀਰਾਂ ਵਰਗੇ ਆ, ਬੜੇ ਸਿਆਣੇ ਹਨ। ਤਿਸ ਟਿਗ ਚੱਲਹ ਰਹਿ ਜਿਸ ਥਾਨ। ਤੇ ਸੰਗਤ ਜੀ ਜਿੱਥੇ ਹੁਣ ਬਾਬਾ ਬੁੱਢਾ ਸਾਹਿਬ ਜੀ ਰਹਿ ਰਹੇ ਆ ਨਾ, ਕਥੂ ਨੰਗਲ, ਆਪਾਂ ਚੱਲੋ ਸਾਰੇ ਉੱਥੇ ਚੱਲੀਏ। ਸਤਿਗੁਰ ਜਹ ਸੋ ਖੋਜ ਬਤਾਵਹਿ। ਤੇ ਜਿੱਥੇ ਗੁਰੂ ਅਮਰਦਾਸ ਜੀ ਪਾਤਸ਼ਾਹ ਹੋਣਗੇ ਤੇ ਬਾਬਾ ਬੁੱਢਾ ਸਾਹਿਬ ਜੀ ਆਪਾਂ ਨੂੰ ਲੱਭ ਕੇ ਦੱਸ ਦੇਣਗੇ ਵੀ ਮਹਾਰਾਜ ਇੱਥੇ ਆ। ਅਪਰਣ ਤੇ ਕਿਉ ਕਰ ਨਹਿ ਪਾਵਹਿ। ਤੇ ਹੋਰ ਨਹੀਂ ਕੋਈ ਵੀ ਦੱਸ ਸਕਦਾ, ਹੋਰ ਕਿਸੇ ਨੂੰ ਨਹੀਂ ਬਣ ਆਵੇਗੀ, ਨਾ ਹੀ ਕਿਸੇ ਦੀ ਇੰਨੀ ਪਹੁੰਚ ਹੈ। ਇਮ ਕਹਿ ਸਿੱਖ ਸਭ ਅੰਸੂ ਢਾਰਤ। ਇਉਂ ਕਹਿ ਕੇ ਸਿੱਖ ਮਹਾਰਾਜ ਦੇ ਦਰਸ਼ਨਾਂ ਤੋਂ ਵਿਆਕੁਲ ਹੋਏ ਵਾਂਝੇ, ਵਿਆਕੁਲ ਹੁੰਦਿਆਂ ਹੋਇਆਂ ਨੇਤਰਾਂ ਚੋਂ ਜਲ ਕੇਰਦੇ। ਔਰ ਵਿਖਾਦ ਤੇ ਹੈ ਬਹ ਆਰਤ। ਤੇ ਮਨ ਦੇ ਵਿੱਚ ਜਿਹੜਾ ਵਿਖਾਦ ਜਾਂ ਜਿਹੜਾ ਇਹ ਝਗੜਾ ਹੋਇਆ ਨਾ, ਦਾਤੂ ਨੇ ਕਲੇਸ਼ ਪਾਇਆ, ਇਹਦੇ ਤੋਂ ਸਿੱਖ ਬੜੇ ਦੁਖੀ, ਆਰਤ ਕਹੀਏ ਦੁਖੀ ਹਨ। ਜਥਾ ਕ੍ਰਿਸ਼ਨ ਭੇ ਅੰਤਰ ਧਿਆਨਾ। ਕਹਿੰਦੇ ਜਿਵੇਂ ਕ੍ਰਿਸ਼ਨ ਭਗਵਾਨ ਅੰਤਰ ਧਿਆਨ ਹੋ ਗਏ ਸੀ ਲੀਲਾ ਕਰਦੇ ਹੋਏ। ਗਨ ਗੋਪੀ ਹ੍ਰਿਦਯੰਤ ਮਹਾਨਾ। ਤੇ ਜਿਹੜੀਆਂ ਗਵਾਲੀਆਂ ਗੋਪੀਆਂ ਸਨ ਉਹਨਾਂ ਨੂੰ ਬੜਾ ਦੁੱਖ ਪੈਦਾ ਹੋਇਆ ਸੀ। ਸਭ ਇਕੱਠੇ ਹੋਏ ਕਰਤਬ ਚੱਲੇ। ਤੋ ਸਾਰੇ ਸਿੱਖ ਕਵੀ ਜੀ ਕਹਿੰਦੇ ਇਕੱਠੇ ਹੋ ਕਰਕੇ ਤੇ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਪਾਸ ਚੱਲੇ ਆ। ਜਹ ਥਲ ਭਾਈ ਬੁੱਢਾ ਭਲੇ। ਜੇ ਸਥਾਨ ਬਾਬਾ ਬੁੱਢਾ ਸਾਹਿਬ ਜੀ ਦਾ ਨਗਰ ਹੈ ਕਥੂ ਨੰਗਲ, ਧਰਿਓ ਪ੍ਰਸਾਦ ਅਗਾਰੀ ਤੇ ਜਾਏ। ਉੱਥੇ ਪਹੁੰਚਿਆ ਤੇ ਜਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਪ੍ਰਸ਼ਾਦ ਭੇਟਾ ਕੀਤਾ ਹੈ। ਕਰੀ ਬੰਦਨਾ ਸੀਸ ਨਿਵਾਏ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਤੇ ਸਭ ਸੰਗਤ ਨੇ ਮੱਥਾ ਟੇਕਿਆ, ਸ਼ੀਸ਼ ਨਵਾਇਆ ਹੈ। ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾ ਪਾਏ ਜੀਓ। ਇਉਂ ਬਾਬਾ ਬੁੱਢਾ ਸਾਹਿਬ ਜੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਸਨ, ਗੁਰੂ ਕੇ ਦਰੋਂ ਕਰੋਂ ਵਰਸਾਏ। ਗੁਰੂ ਭਾਵਨਾ ਕਰਕੇ ਤਾਂ ਸਿੱਖ ਨਹੀਂ ਮੱਥਾ ਟੇਕ ਰਹੇ,